थोड़ी देर पहले ਅਸੀਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲ ਕੀਤੀ, ਜਿਵੇਂ ਉੱਥੇ ਪ੍ਰਦਰਸ਼ਨ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਪਿਛਲਾ ਸੈਸ਼ਨ ਵੀ ਐਵੇਂ ਲੰਘ ਗਿਆ ਤੇ ਇਸ ਵਾਰੀ ਵੀ ਉਹੀ ਕੰਮ ਕੀਤਾ ਜਾ ਰਿਹਾ ਹੈ ਕਿ ਜਿਸ ਇਲੈਕਟ੍ਰਿਸਿਟੀ ਬਿੱਲ ਦੀ ਗੱਲ ਕਿਸਾਨਾਂ ਨਾਲ ਕੀਤੀ ਗਈ ਸੀ ਕਿ ਨਹੀਂ ਲਿਆਂਦਾ ਜਾਏਗਾ, ਉਸ ਨੂੰ ਲਿਆਉਣ ਵਾਸਤੇ ਉਹਨੂੰ ਲਿਸਟ ਕੀਤਾ ਗਿਆ ਤੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਹੀ ਨਹੀਂ ਹੈਗਾ, ਇਹ ਇਸ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਕਰੇਗਾ। ਤਾਂ ਉਸ ਦੇ ਚੱਲਦਿਆਂ ਹੀ ਮੰਨਿਆ ਜਾ ਰਿਹਾ ਕਿ ਜਿਹੜਾ ਪ੍ਰਦਰਸ਼ਨ ਉੱਥੇ ਅੰਦਰ ਕੀਤਾ ਗਿਆ ਇਸੇ ਕਰਕੇ ਹੀ ਕੀਤਾ ਗਿਆ ਕਿ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਜਾ ਸਕੇ। ਨਾਲ ਹੀ ਉਹਨਾਂ ਨੇ ਸਾਫ਼ ਕੀਤਾ ਕਿ ਜਿੱਥੇ ਅਸੀਂ ਐਡਜਰਨਮੈਂਟ ਮੋਸ਼ਨ ਤੇ ਦੇ ਹੀ ਰਹੇ ਹਾਂ, ਨਾਲ ਹੀ ਅਸੀਂ ਸਪੀਕਰ ਨੂੰ ਇੱਕ ਚਿੱਠੀ ਵੀ ਦਿੱਤੀ ਹੈ ਕਿ ਇਸ ਮਾਮਲੇ ਦੇ ਉੱਤੇ ਗੱਲ ਕੀਤੀ ਜਾਏ। 500 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ। ਹਰਸਿਮਰਤ ਕੌਰ ਬਾਦਲ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਕੋਈ ਬੱਸ ਕਿਤੇ ਡਿੱਗ ਪਵੇ, 2-4 ਲੋਕਾਂ ਦੀ ਜਾਨ ਚਲੀ ਜਾਏ ਤਾਂ ਉਸ ਤੇ ਚਰਚਾ ਪਾਰਲੀਮੈਂਟ 'ਚ ਕੀਤੀ ਜਾ ਸਕਦੀ ਹੈ, ਲੇਕਿਨ ਕਿਸਾਨਾਂ ਦੀ ਜਾਨ ਜਾ ਰਹੀ ਹੈ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ। ਕਿ ਕਿਸਾਨ ਸਾਡੇ ਨਾਗਰਿਕ ਨਹੀਂ, ਕਿ ਉਹ ਕਿਸੇ ਦੂਸਰੇ ਬਾਹਰਲੇ ਦੇਸ਼ ਤੋਂ ਆਏ ਨੇ। ਸਰਕਾਰ ਨੂੰ ਇਸ ਤੇ ਸੋਚਣਾ ਚਾਹੀਦਾ ਹੈ, ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਹੈ। ਇਸੇ ਕਰਕੇ ਹੀ ਅਸੀਂ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਤੇ ਤਸਵੀਰ ਕਿਤੇ ਨਾ ਕਿਤੇ ਬਿਲਕੁਲ ਸਾਫ਼ ਹੈ ਕਿ ਅੱਜ ਪਹਿਲਾ ਦਿਨ ਸੀ, ਸਿਰਫ ਵਿਚਰੀਆਂ ਹੋਈਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਵਿਛੜੀਆਂ ਰੂਹਾਂ ਨੂੰ ਤੇ ਉਸ ਤੋਂ ਬਾਅਦ ਅੱਜ ਦਾ ਸੈਸ਼ਨ ਖਤਮ ਕਰ ਦਿੱਤਾ ਗਿਆ। ਲੇਕਿਨ ਪਹਿਲੇ ਦਿਨ ਹੀ ਇੰਨਾ ਹੰਗਾਮਾ ਹੋਣਾ, ਖਾਸ ਤੌਰ ਤੇ ਉਹਨੇ ਹਾਲਾਤਾਂ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਹੋਣ ਕਿ ਸਾਨੂੰ ਗੱਲ ਕਰਨ ਦਾ ਮੌਕਾ ਦਿੱਤਾ ਜਾਏ, ਸਾਡੀ ਗੱਲ ਸੁਣੀ ਜਾਏ, ਅਸੀਂ ਆਪਣੀ ਗੱਲ ਦੇਸ਼ ਦੇ ਸਾਹਮਣੇ ਰੱਖ ਸਕੀਏ ਤਾਂ ਕਿ ਦੇਸ਼ 'ਚ ਵਿਸ਼ਵਾਸ ਬਣੇ। ਲੇਕਿਨ ਵਿਸ਼ਵਾਸ ਕਿਵੇਂ ਬਣੇਗਾ? ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਲੋਕ ਜਿਹੜੇ ਨੇ ਸੜਕਾਂ ਤੇ ਖੜੇ ਨੇ, ਲਗਾਤਾਰ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ। ਉਹਨਾਂ ਹਾਲਾਤਾਂ ਦੇ ਵਿੱਚ ਜ਼ਾਹਿਰ ਤੌਰ ਤੇ ਅੱਜ ਜੋ ਕੁਝ ਪਾਰਲੀਮੈਂਟ ਦੇ ਵੇਖਣ ਨੂੰ ਮਿਲਿਆ ਉਹ ਇੱਕ ਲਾਜ਼ਮੀ ਗੱਲ ਸੀ ਕਿ ਜਿਹੜੇ ਕਿਸਾਨੀ ਹੱਕਾਂ ਦੀ ਗੱਲ ਕੀਤੀ ਜਾ ਰਹੀ, ਉਸ ਦੇ ਚੱਲਦਿਆਂ ਹੀ ਅੱਜ ਪਾਰਲੀਮੈਂਟ ਦੇ ਅੰਦਰ ਵੀ ਸੰਸਦ ਜਿਹੜੇ ਨੇ ਉਹ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆਏ। ਜ਼ਾਹਿਰ ਤੌਰ ਤੇ ਸਰਕਾਰ ਇਸ ਤੇ ਲਗਾਤਾਰ ਆਪਣੀ ਗੱਲ ਕਰ ਰਹੀ ਹੈ। ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਰਹੀ ਕਿ ਸਾਡੇ ਦਰਵਾਜ਼ੇ ਖੁੱਲੇ ਨੇ, ਅਸੀਂ ਫੋਨ ਨੰਬਰ ਵੀ ਅਵੇਲੇਬਲ ਨੇ, ਲੇਕਿਨ ਉੱਥੇ ਵੀ ਕਿਸਾਨ ਆਗੂ ਕਹਿੰਦੇ ਨੇ ਕਿ ਆਖਰ ਉਹ ਫੋਨ ਨੰਬਰ ਕਿਹੜਾ ਹੈ, ਕਿੱਥੇ ਉਹ ਦਰਵਾਜ਼ਾ ਜਿੱਥੇ ਅਸੀਂ ਜਾ ਕੇ ਗੱਲ ਕਰੀਏ। ਸਰਕਾਰ ਨੂੰ ਜ਼ਰੂਰਤ ਹੈ ਕਿ ਸਰਕਾਰ ਥੋੜੀ ਜਿਹੀ ਸੰਵੇਦਨਾ ਦਿਖਾਏ ਇਸ ਮਾਮਲੇ ਦੇ ਉੱਤੇ ਤੇ ਇਸ ਮਾਮਲੇ ਨੂੰ ਹੱਲ ਕਰੇ। ਪਿਛਲੇ ਲਗਭਗ 12 ਤੋਂ 13 ਘੰਟਿਆਂ ਤੋਂ ਬਰਸਾਤ ਜਿਹੜੀ ਲਗਾਤਾਰ ਦਿੱਲੀ NCR 'ਚ ਹੋ ਰਹੀ ਹੈ। ਅਸੀਂ ਅਕਸਰ ਦੇਖਦੇ ਰਹੇ ਹਾਂ ਕਿ ਜਦੋਂ ਵੀ ਮੀਂਹ ਨੇਰੀ ਝੱਖੜ ਆਇਆ ਤਾਂ ਕਿਸਾਨੀ ਮੋਰਚਿਆਂ ਤੇ ਕੀ ਹਾਲ ਹੋਇਆ, ਕਦੀ ਉੱਥੇ ਅੱਗ ਲੱਗ ਗਈ, ਕਿੰਨੇ ਕਿਸਾਨਾਂ ਦੀ ਜਾਨ ਚਲੀ ਗਈ। ਲੇਕਿਨ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਸੰਵੇਦਨਹੀਨ ਹੋ ਚੁੱਕੀ ਹੈ। ਸਰਕਾਰ ਦੇ ਇਮੋਸ਼ਨਸ ਨਹੀਂ ਹੈਗੇ ਕਿ ਜਿਸ ਕਿਸਾਨ ਦੀ ਗੱਲ ਤੁਸੀਂ ਕਰਦੇ ਹੋ, ਜਿਸ ਕਿਸਾਨ ਦਾ ਪੱਧਰ ਤੁਸੀਂ ਉੱਚਾ ਚੁੱਕਣ ਦੀ ਗੱਲ ਕਰਦੇ ਹੋ, ਉਹ ਦਿੱਲੀ ਦੀ ਬਰੂਹਾਂ ਤੇ 7 ਮਹੀਨੇ ਤੋਂ ਬੈਠ ਕੇ ਆਪਣਾ ਪ੍ਰਦਰਸ਼ਨ ਕਰ ਰਿਹਾ। ਇਸੇ ਦੇ ਚੱਲਦਿਆਂ ਹੀ ਅੱਜ ਮੰਨਿਆ ਜਾ ਰਿਹਾ ਕਿ ਇਹ ਹੰਗਾਮਾ ਜਿਹੜਾ ਪ੍ਰਦਰਸ਼ਨ ਉੱਥੇ ਦੇਖਣ ਨੂੰ ਮਿਲਿਆ ਤੇ ਇਸੇ ਕਰਕੇ ਮੰਨਿਆ ਜਾਏ ਕਿ ਆਉਣ ਵਾਲੇ ਦਿਨਾਂ 'ਚ ਵੀ ਸੰਸਦ ਦੇ ਜਿਹੜੇ ਸੱਤਰ ਹੋਣਗੇ ਉਹ 'ਚ ਹੰਗਾਮਾ ਦੇਖਣ ਨੂੰ ਮਿਲੇਗਾ, ਕਿਉਂਕਿ ਮਹਿੰਗਾਈ, ਪੈਟਰੋਲ, ਡੀਜ਼ਲ, ਕਿਸਾਨੀ ਮੁੱਦਾ ਇਹ ਵੱਡੇ ਇਸ਼ੂ ਇਸ ਵਾਰੀ ਮੌਨਸੂਨ ਸੱਤਰ ਦੇ ਵਿੱਚ ਰਹਿਣ ਵਾਲੇ ਨੇ। बिल्कुल ये वड्डे इशू जो है मॉनसून सत्र विच रहन वाले ने और हरप्रीत शुक्रवार नूं अंदोलित किसानी संगठनां ਵੱਲੋਂ वोटर विप जारी किया गया सी कि विपक्षी दलों ते इस दा दबाव पैंदा नजर आ रहा है। देखो जाहिर तौर पर जो उन्होंने पीपल्स विप जारी किया कि साड़ी गल की जाए उसका दबाव बिल्कुल नज़र आ रहा है कि इस करके ही जी भावें कोई भी पार्टी हो किसानी हक के हुण खड़ी नज़र आती, खास तौर पर विपक्षी दल जोड़े ने वो खड़े नज़र आ रहे हैं। जिवें सुखबीर सिंह बादल ने भी कहा कि ये जेकर इलैक्ट्रिसिटी बिल जिन्होंने लिस्ट किया जा रहा है, जेकर इनू लिया जाएगा तो ये अग दे विच तेल पाउण दा काम करेगा, इस सूबिਆਂ ਦੇ अधिकार खत्म करेगा, सरकार ਨੂੰ ਇਹ ਕੰਮ नहीं करना चाहिए। उत्थे ही कल किसानी आगू जोड़े किसान आगू ने VM सिंह क्योंकि उन्होंने कल कांग्रेसी संसद गुरजीत औजला ਨਾਲ ਮੁਲਾਕਾਤ ਕੀਤੀ, ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਗੱਲ ਜਾ ਕੇ ਸੰਸਦ 'ਚ ਰੱਖੋ, ਦੱਸੋ ਦੇਸ਼ ਨੂੰ ਕਿ ਕਿਸ ਤਰੀਕੇ ਨਾਲ ਕਿਸਾਨ ਸੜਕਾਂ ਤੇ ਬੈਠਾ, ਭਾਵੇਂ ਉਹ ਦਿੱਲੀ ਦੇ ਬਾਰਡਰ ਹੋਣ, ਭਾਵੇਂ ਯੂਪੀ ਦੇ ਵਿੱਚ ਗੰਨਾ ਕਿਸਾਨ ਧਰਨਾ ਦੇ ਰਹੇ ਹੋਣ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਹੁਣ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਸਾਂਸਦ ਨੇ ਵਿਪਕਸ਼ੀ ਪਾਰਟੀਆਂ ਦੇ ਖਾਸ ਤੌਰ ਤੇ ਉਹ ਹੁਣ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਜਵਾਬਦੇਹੀ ਬਣੇਗੀ। ਹਰ ਸਾਂਸਦ ਦੀ ਕੰਸਟੀਟੂਐਂਸੀ ਜਿਹੜੀ ਹੈਗੀ ਹੈ ਉੱਥੇ ਕਿਤੇ ਨਾ ਕਿਤੇ ਕਿਸਾਨ ਮੌਜੂਦ ਨੇ ਤੇ ਜੇਕਰ ਉਹ ਕਿਸਾਨ ਆਪਣੇ ਸਾਂਸਦ ਨੂੰ ਇਸ ਤਰੀਕੇ ਨਾਲ ਸਵਾਲ ਪੁੱਛਣ ਲੱਗ ਪੈਣਗੇ ਤਾਂ ਸਾਂਸਦਾਂ ਲਈ ਵੀ ਖਾਸੀ ਦਿੱਕਤ ਹੋ ਜਾਏਗੀ। ਤੇ ਮੰਨਿਆ ਜਾ ਰਿਹਾ है कि इस दबाव के चलदे ही सांसद जिहड़े ने वो अपनी गल रख रहे हैं। अकाली दल ने पहले ही साफ कर दिता सी, मैनूं बड़ी चंगी तरीके नाल याद है सुखबीर सिंह बादल नाल जदों असीं गल कीती पिछली वारी जदों ये बिल पास होए सन, जदों कानून बनिया तो उन्हां दा कहना सी कि असीं किसानां दी पिठ नहीं लगण दिंदे, भावें जो मर्जी हो जाए। तो यह भी मन्निया जाए कि अज जो कुछ प्रदर्शन उत्थे कीता गया, जिवें अज उन्होंने भी बयान जारी कीते ने, उसने एक चीज़ साफ है कि अकाली दल इस लड़ाई नूं मूहरे होकर लड़दा होया नज़र आ रहा है। तो दूसरे पासे बाकी विपक्षी पार्टियां भी किसानां दे मोढे दे नाल मोढा जोड़ के खड़ियां नज़र आउंदियां ने। लेकिन सब तो वड्डा सवाल है कि सरकार दे उत्ते इस चीज़ दा दबाव पएगा कि सरकार इस दबाव नूं मन्नेगी, क्योंकि अजे तक पिछले लगभग जनवरी अखीरली गलबात हुई तो उस तो बाद अजे तक गलबात नहीं हुई। तो की सरकार इस दबाव च आके किसानों नूं सद्दा पत्र भेजेगी गलबात करने वास्ते? बिल्कुल हरप्रीत, किसानों का जो स्टैंड है वो साफ है कि या तो सरकार इस सैशन में जो तीनों काले कृषि कानून है उन्होंने वापस ले या फिर सदन की कार्रवाई जो है उसनूं भुल जाए। सो की लगता है कि मोदी सरकार की रणनीति दिखाई दे रही है इस विचाले?
ਦੇਖੋ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਜਿਸ ਤਰੀਕੇ ਨਾਲ ਸਰਕਾਰ ਦਾ ਅਜੇ ਤੱਕ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਰਵੱਈਆ ਰਿਹਾ, ਸਰਕਾਰ ਝੁਕਦੀ ਹੋਈ ਨਜ਼ਰ ਨਹੀਂ ਆ ਰਹੀ। ਸਰਕਾਰ ਬਿਲਕੁਲ ਆਪਣੀ ਗੱਲ ਤੇ ਕਾਇਮ ਨਜ਼ਰ ਆਉਂਦੀ ਹੈ ਕਿ ਇਹ ਕਾਨੂੰਨ ਅਸੀਂ ਕਿਸਾਨਾਂ ਦੇ ਹੱਕ 'ਚ ਪਾਸ ਕੀਤੇ ਨੇ। ਸਰਕਾਰ ਆਪਣੀ ਗੱਲ ਕਹਿੰਦੀ ਹੈ ਕਿ ਅਸੀਂ ਜੋ ਕੰਮ ਕੀਤਾ ਉਹ ਬਿਲਕੁਲ ਠੀਕ ਕੀਤਾ। ਤੁਹਾਨੂੰ ਜਿਹੜੇ ਇਸ ਮੁੱਦਿਆਂ ਤੇ ਇਤਰਾਜ਼ ਨਜ਼ਰ ਆਉਂਦਾ, ਤੁਹਾਨੂੰ ਜਿਹੜੇ ਪ੍ਰੋਬਲਮ ਨੇ, ਤੁਸੀਂ ਆ ਕੇ ਗੱਲ ਕਰੋ, ਅਸੀਂ ਸੋਧ ਕਰਨ ਨੂੰ ਤਿਆਰ ਹਾਂ। ਲੇਕਿਨ ਕਿਸਾਨ ਲਗਾਤਾਰ ਇੱਕ ਹੀ ਗੱਲ ਕਹਿ ਰਹੇ ਨੇ ਕਿ ਜਿੰਨਾ ਚਿਰ ਤੱਕ ਇਹ ਕਾਨੂੰਨ, ਇਹ ਕਾਲੇ ਕਾਨੂੰਨ ਤੁਸੀਂ ਵਾਪਸ ਨਹੀਂ ਲੈਂਦੇ, ਉਹਨਾਂ ਚਿਰ ਤੱਕ ਕੋਈ ਗੱਲਬਾਤ ਨਹੀਂ ਹੋਏਗੀ। ਸਰਕਾਰ ਦੀ ਇਸ ਗੱਲ ਤੇ ਵੀ ਲਗਾਤਾਰ ਇਤਰਾਜ਼ ਜਿਹੜੇ ਕਿਸਾਨ ਆਗੂ ਜਤਾਉਂਦੇ ਰਹੇ ਨੇ ਕਿ ਸਰਕਾਰ ਸ਼ਰਤ ਨਾਲ ਗੱਲ ਕਰਨ ਦੀ ਗੱਲ ਕਰਦੀ ਹੈ। ਸ਼ਰਤ ਨਾਲ ਗੱਲ ਨਹੀਂ ਹੋਏਗੀ, ਬਿਨਾਂ ਸ਼ਰਤ ਸਾਨੂੰ ਸੱਦਿਆ ਜਾਏ, ਫਿਰ ਸਾਡੇ ਨਾਲ ਗੱਲਬਾਤ ਕੀਤੀ ਜਾਏ, ਫਿਰ ਅਸੀਂ ਤੁਹਾਡੇ ਨਾਲ ਅੱਗੇ ਗੱਲ ਕਰੀਏ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜੀ ਹਰਪ੍ਰੀਤ, तमाम अपडेट के लिए बहुत बहुत धन्यवाद।